सत श्री अकाल जी। तुसीं प्राइम मिनिस्टर टैलीविजन देख रहे हो। मैं हाँ स्वर्ण सिंह टैणा। तो दोस्तों, हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाले जाण तो पहलां पंजाब के मौसम की हाल बयानी करनी बनती है। अज पंजाब दे विच सवेर तो लैके देर रात तक मौसम गर्म सी। दिन के वेले अज चोखी गर्मी सी ते मौसम विभाग ने यह भविष्यवाणी की है कि आउंदे 24 घंटिਆਂ ਦੇ ਵਿੱਚ पंजाब का मौसम स्थिर ਤੇ ਗਰਮ ਇਸੇ ਤਰੀਕੇ ਨਾਲ ਰਹਿਣਾ। ਤੇ ਜੇਕਰ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਪੰਜਾਬ ਦੇ ਕਿਸਾਨੀ ਸੰਘਰਸ਼ਾਂ ਦੇ ਨਾਲ ਜੁੜੀ ਹੋਈ ਆ। ਕਈ ਲੋਕ ਮੁੱਕਰ ਗਏ ਆ, ਕਈ ਮੁੱਕਰਨ ਦੀ ਤਿਆਰੀ ਕਰੀ ਬੈਠੇ ਆ, ਪਰ ਕਿਸਾਨੀ ਸੰਘਰਸ਼ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ। ਬਾਦਲ ਪਿੰਡ ਦੇ ਮੋਰਚੇ ਦੇ ਵਿੱਚ ਬੱਚੇ, ਬਜ਼ੁਰਗ, ਔਰਤਾਂ ਤੇ ਜਿਹੜੇ ਵੀ ਉਮਰ ਵਰਗ ਦੇ ਲੋਕ ਆ ਉਹ ਨਿੱਠ ਕੇ ਪਹੁੰਚ ਰਹੇ ਆ। ਲਗਾਤਾਰ ਉੱਥੇ ਇੰਨਾ ਕਿ ਇਕੱਠ ਹੋ ਰਿਹਾ ਕਿ ਜਿੱਥੇ ਉਹਨਾਂ ਨੇ ਲੰਗਰ ਦੇ ਲਈ ਪ੍ਰਬੰਧ ਕੀਤਾ ਸੀ ਉਸ ਥਾਂ ਦੇ ਉੱਤੇ ਵੀ ਲੋਕਾਂ ਦੇ ਬਹਿਣ ਦੇ ਲਈ ਪ੍ਰਬੰਧ ਕੀਤਾ ਗਿਆ। ਤੇ ਜੇਕਰ ਪਟਿਆਲੇ ਦੇ ਧਰਨੇ ਦੀ ਗੱਲ ਕਰਦੇ ਆ, ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਵੀ ਜਾ ਰਹੇ ਆ। ਲੋਕ ਆਪਣੇ ਕੰਮਕਾਜ ਛੱਡ ਕੇ ਪਹੁੰਚ ਰਹੇ ਆ ਤੇ ਇਹਨਾਂ ਲੋਕਾਂ ਨੂੰ ਸੱਚੀ ਮੁੱਚੀ ਸਲਾਮ ਕਰਨ ਨੂੰ ਜੀ ਕਰਦਾ। ਮੈਂ ਤਾਂ ਨਿੱਜੀ ਤੌਰ ਦੇ ਉੱਤੇ ਭਾਵੁਕ ਹੋ ਕੇ ਵੀ ਇਹਨਾਂ ਲੋਕਾਂ ਨੂੰ ਸਲਾਮ ਕਰਦਾ ਵੀ ਯਾਰ ਇੰਨਾ ਸਿਰੜ, ਇੰਨਾ ਸਿਦਕ, ਕਿਉਂਕਿ ਬੰਦੇ ਕੋਲੇ 1 ਮਿੰਟ ਦਾ ਵਕਤ ਨਹੀਂ ਹੁੰਦਾ ਗਾ। ਪਰ ਜਦੋਂ ਇਸ ਵਕਤ ਅੰਨਦਾਤੇ ਦੀ ਜਾਨ ਦੇ ਉੱਤੇ ਵਿਪਤਾ ਬਣੀ ਹੋਈ ਹੈ, ਜਦੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਮਾਰ ਘੱਤਿਆ ਗਿਆ ਪੰਜਾਬ ਦੀ ਕਿਸਾਨੀ ਨੂੰ, ਦੇਸ਼ ਦੀ ਕਿਸਾਨੀ ਨੂੰ, ਉਸ ਵਕਤ ਅਸੀਂ ਸਾਰੇ ਆਪਸੀ ਵੈਰ ਵਿਰੋਧ ਭੁੱਲ ਕੇ, ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਆਪਣੀ ਤੇਰ ਮੇਰ ਭੁੱਲ ਕੇ ਜਿਸ ਤਰੀਕੇ ਨਾਲ ਸੜਕਾਂ ਦੇ ਉੱਤੇ ਨਿਤਰੇ ਆ, ਜੇਕਰ ਸਾਡੇ ਅੰਦਰ ਇਕਜੁੱਟਤਾ ਇਵੇਂ ਰਹੀ ਤਾਂ ਵੱਡੇ ਵੱਡੇ ਫੰਨੇ ਖਾਂ ਜਿਹੜੇ ਉਹ ਸਾਡੇ ਮੂਹਰੇ ਝੁਕਣਗੇ। ਇਸ ਗੱਲ ਦੀ ਪੱਕੀ ਗਰੰਟੀ ਹੈਗੀ ਆ। ਕੇਂਦਰ ਦੀ ਸਰਕਾਰ ਹਾਲੇ ਵੀ ਨਹੀਂ ਚੁੱਕੀ। ਕੇਂਦਰ ਦੀ ਸਰਕਾਰ ਦੇ ਵੱਲੋਂ ਅੱਜ ਜਿਹੜਾ ਇੱਕ ਬਿੱਲ ਬਾਕੀ ਸੀਗਾ ਉਹ ਵੀ ਪਾਸ ਕਰ ਦਿੱਤਾ ਗਿਆ, ਕਿਉਂਕਿ 2 ਬਿੱਲ ਇਸ ਤੋਂ ਪਹਿਲਾਂ ਰਾਜ ਸਭਾ 'ਚ ਪਾਸ ਹੋ ਗਏ ਸੀ। ਜਿਹੜਾ ਇੱਕ ਬਾਕੀ ਸੀਗਾ ਉਹ ਵੀ ਪਾਸ ਕਰਤਾ। ਹੁਣ ਇਹ ਜਿਹੜੇ ਤਿੰਨੇ ਬਿੱਲ ਆ ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਜਦੋਂ ਪਾਸ ਹੋ ਗਏ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਜਾਣਗੇ। ਉਧਰੋਂ ਘੁੱਗੀ ਵੱਜੀ ਤੇ ਇਹਨਾਂ ਨੇ ਕਾਨੂੰਨ ਦੇ ਰੂਪ ਦੇ ਵਿੱਚ ਅਮਲ ਦੇ ਵਿੱਚ ਆ ਜਾਣਾ ਤੇ ਫਿਰ ਉਸ ਤੋਂ ਬਾਅਦ ਕੀ ਬਣਦਾ ਤੇ ਕੀ ਨਹੀਂ ਬਣਦਾ ਇਹ ਵਕਤ ਦੱਸੂਗਾ। ਪਰ ਪੰਜਾਬ ਦੀ ਕਿਸਾਨੀ ਦੇ ਵੱਲੋਂ ਐਸਾ ਹੱਲਾ ਬੋਲਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਿਸੇ ਪ੍ਰੋਜੈਕਟ ਦਾ ਬਿਹਾਰ ਦੇ ਵਿੱਚ ਕਰਦੇ ਆ, ਪਰ ਗੱਲ ਉਹ ਪੰਜਾਬ ਦੀ ਕਰਦੇ ਆ। ਉਹਨਾਂ ਨੂੰ ਇਸ ਗੱਲ ਦਾ ਫਿਕਰ ਪਿਆ ਹੋਇਆ ਵੀ ਕਿਤੇ ਇਹ ਨਾ ਹੋਵੇ ਦੇਸ਼ ਦੀ ਕਿਸਾਨੀ ਜਿਵੇਂ ਇਕੱਠੀ ਹੋਈ ਹੈ, ਜਿਵੇਂ ਲਾਮਬੰਦ ਹੋਈ ਹੈ, ਸਾਡਾ ਕਿਤੇ ਤਖਤਾ ਨਾ ਹਿਲਾ ਦੇਵੇ। ਤੇ ਅੱਜ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਵੱਲੋਂ ਫਿਰ ਸਿਆਸੀ ਚੁੰਡੀਆਂ ਵੱਢੀਆਂ ਗਈਆਂ ਇੱਕ ਦੂਜੇ ਦੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਵੀ ਜੇਕਰ ਅਸਤੀਫਾ ਦਿੱਤਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਾਂ ਇਹਨਾਂ ਨੂੰ ਇਹ ਵੀ ਚਾਹੀਦਾ ਜੀ ਕਿ ਭਾਜਪਾ ਨਾਲ ਰਿਸ਼ਤਾ ਤੋੜ ਲੈਣ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਤੁਸੀਂ ਪੰਜਾਬ ਨੂੰ ਚੱਕਾ ਜਾਮ ਬੰਦ ਕਰਨ ਦੀ ਗੱਲ ਕਹਿੰਦੇ ਆ, ਤੁਸੀਂ ਕਹਿੰਦੇ ਵੀ ਪੰਜਾਬ ਦਾ ਅਸੀਂ 25 ਤਰੀਕ ਨੂੰ ਚੱਕਾ ਜਾਮ ਕਰਨਾ, ਤਾਂ ਤੁਸੀਂ ਚੱਕਾ ਜਾਮ ਕਰੋ ਭਾਜਪਾਈ ਨੇਤਾਵਾਂ ਦੇ ਘਰਾਂ ਦੇ ਮੂਹਰੇ ਜਾ ਕੇ, ਤੁਸੀਂ ਚੱਕਾ ਜਾਮ ਕਰੋ ਪਾਰਲੀਮੈਂਟ ਦੇ ਮੂਹਰੇ, ਤੁਸੀਂ ਚੱਕਾ ਜਾਮ ਕਰੋ ਮੋਦੀ ਸਾਹਿਬ ਦੇ ਘਰ ਦੇ ਮੂਹਰੇ ਜਾ ਕੇ। ਤੁਸੀਂ ਇਹ ਚੱਕੇ ਜਾਮ ਦਾ ਡਰਾਮਾ ਪੰਜਾਬ ਦੇ ਵਿੱਚ ਕਿਉਂ ਕਰਦੇ? ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਅਕਾਲੀ ਦਲ ਦੇ ਵੱਖ-ਵੱਖ ਨੇਤਾ ਕਹਿੰਦੇ ਵੀ ਕਾਂਗਰਸ ਤਾਂ ਗਈ, ਅਸੀਂ ਇਹੋ ਜਿਹੀ ਵਾਪਸੀ ਕੀਤੀ ਹੈ ਵੀ ਸਾਰੇ ਲੋਕ ਸਾਡੇ ਨਾਲ ਆ, ਕਿਸਾਨੀ ਸਾਡੇ ਨਾਲ ਤੁਰ ਪਈ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ ਗਾ, ਲੋਕ ਸਾਡੇ ਉੱਤੇ ਭਰੋਸਾ ਕਰਦੇ ਆ ਤੇ ਅਸੀਂ ਹੀ ਕਿਸਾਨ ਮਸਲਿਆਂ ਨੂੰ ਪ੍ਰਣਾਏ ਹੋਏ ਆ। ਮਤਲਬ ਇਹ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਵਕਤ ਆਪਣਾ ਦਮਖਮਾ ਜਿਹੜਾ ਉਹ ਲਾ ਰਹੀਆਂ, ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਪਰ ਮਨਸ਼ਾ ਸਭ ਦਾ ਇੱਕੋ ਹੀ ਹੈ ਕਿ 2022 ਦੇ ਵਿੱਚ ਅਸੀਂ ਕੋਈ ਚਮਤਕਾਰ ਪੇਸ਼ ਕਰ ਸਕੀਏ। ਕਿਸਾਨ ਕਿਹਦੇ ਹੱਕ ਦੇ ਵਿੱਚ ਆਉਂਦੇ ਸਮੇਂ 'ਚ ਭੁਗਤਣਗੇ ਇਹ ਵਕਤ ਦੱਸੂਗਾ। ਪਰ ਮੈਨੂੰ ਅੱਜ ਕਿਸਾਨ ਜਥੇਬੰਦੀਆਂ ਦੀ ਇੱਕ ਗੱਲ ਨਿੱਜੀ ਤੌਰ ਦੇ ਉੱਤੇ ਬਹੁਤ ਚੰਗੀ ਲੱਗੀ ਹੈ। ਜਿਨ੍ਹਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੂੰ ਵੀ ਸਲਾਮ ਆ। ਸਰਵਣ ਸਿੰਘ ਪੰਧੇਰ ਜਿਹੜੇ ਕਿ ਕਿਸਾਨ ਯੂਨੀਅਨ ਦੇ ਆਗੂ ਆ, ਉਹਨਾਂ ਨੇ ਕਿਹਾ ਜੀ ਕਿ ਜਿਹੜਾ ਅਸੀਂ 24 ਤੋਂ ਲੈ ਕੇ ਤੇ 26 ਤੱਕ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਕਰ ਰਹੇ ਹਾਂ, ਇਹਦੇ ਵਿੱਚ ਕਿਰਪਾ ਕਰਕੇ ਕੋਈ ਵੀ ਕਿਸਾਨ ਜਥੇਬੰਦੀ ਦੇ ਨਾਲ ਸਿਆਸੀ ਧਿਰ ਰਲ ਕੇ ਨਾ ਚੱਲੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕਿਸੇ ਇੱਕ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਦੇ। ਪੰਜਾਬ ਦੀ ਕੋਈ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਨੇਤਾ ਸਾਡੇ ਇਸ ਅੰਦੋਲਨ ਦਾ ਹਿੱਸਾ ਨਾ ਬਣੇ। ਅਸੀਂ ਰੇਲਾਂ ਰੋਕਣੀਆਂ, ਮਜ਼ਦੂਰ ਜਥੇਬੰਦੀਆਂ ਸਾਡੇ ਨਾਲ ਆ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਆ। ਜਿਹੜੀਆਂ ਗੈਰ ਰਾਜਨੀਤਿਕ ਪਾਰਟੀਆਂ, ਜਿਹੜੀਆਂ ਗੈਰ ਰਾਜਨੀਤਿਕ ਧਿਰਾਂ ਜਥੇਬੰਦੀਆਂ, ਉਹ ਸਾਰੀਆਂ ਸਾਡੇ ਨਾਲ ਆ। ਸਾਨੂੰ ਕਿਸੇ ਵੀ ਲੀਡਰ ਦੀ ਲੋੜ ਨਹੀਂ। ਤੇ ਉਹਨਾਂ ਦੀ ਬਹੁਤ ਵਧੀਆ ਗੱਲ ਹੈ ਕਿਉਂਕਿ ਲੀਡਰਾਂ ਨੇ ਚਿੱਟੇ ਲੀੜੇ ਪਾ ਕੇ ਤੇ ਪੌਣੇ ਘੰਟੇ ਦਾ ਭਾਸ਼ਣ ਝਾੜ ਕੇ ਤੇ ਸਾਰਾ ਕੁਝ ਆਪਣੇ ਖਾਤੇ ਦੇ ਵਿੱਚ ਪਾ ਲੈਣਾ ਹੁੰਦਾ ਤੇ ਬੰਦਾ ਬਿਟ-ਬਿਟ ਤੱਕਦਾ ਰਹਿ ਜਾਂਦਾ ਵੀ ਜਿੱਤਿਆ ਮੈਂ ਆ ਕਿ ਇਹ ਆ। ਸੋ ਇਸ ਕਰਕੇ ਉਹਨਾਂ ਨੇ ਅੱਜ ਲਕੀਰ ਖਿੱਚਤੀ ਹੈ ਕਿ 24 ਤੋਂ ਲੈ ਕੇ 26 ਤੱਕ ਦੇ ਅੰਦੋਲਨ ਦੇ ਵਿੱਚ ਕੋਈ ਵੀ ਰਾਜਨੀਤਿਕ ਵਿਅਕਤੀ ਨਾ ਆਵੇ। ਪਰ ਅੱਜ ਨਵਜੋਤ ਸਿੰਘ ਸਿੱਧੂ ਬੋਲੇ ਆ, ਇਹ ਬੜੀ ਹੈਰਾਨੀ ਦੀ ਗੱਲ ਹੈ ਤੇ ਬੜੀ ਚੰਗੀ ਗੱਲ ਹੈ
ਕਿ ਉਹ ਬੋਲੇ ਤਾਂ ਸਹੀ ਹੈ। ਉਹਨਾਂ ਨੇ ਕੁਰਸੀ ਦੇ ਉੱਤੇ ਬੈਠ ਕੇ ਆਪਣੇ ਘਰ ਦੇ ਵਿੱਚ ਇੱਕ 15-16 ਮਿੰਟ ਦੀ ਵੀਡੀਓ ਬਣਾਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 23 ਤਰੀਕ ਦੇ ਅੰਮ੍ਰਿਤਸਰ ਵਾਲੇ ਧਰਨੇ ਦੇ ਵਿੱਚ ਮੈਂ ਵੀ ਹਾਜ਼ਰ ਹੋਣਾ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਪੰਜਾਬ ਨੂੰ ਮਾਰ ਦੂਗੀ। ਉਹਨਾਂ ਨੇ ਦੱਸਿਆ ਵੀ ਇਹ ਕਾਲੇ ਕਾਨੂੰਨ ਕਿਸ ਤਰੀਕੇ ਨਾਲ ਖਤਮ ਕਰ ਦੇਣਗੇ। ਉਹਨਾਂ ਨੇ ਕਿਹਾ ਕਿ 22-23 ਹਜ਼ਾਰ ਪੰਜਾਬ ਦਾ ਆੜ੍ਹਤੀਆ ਜਿਹੜਾ ਇਸ ਕਾਲੇ ਕਾਨੂੰਨ ਦੇ ਨਾਲ ਬਰਬਾਦ ਹੋ ਜਾਊਗਾ। 4-5 ਲੱਖ ਦੇ ਕਰੀਬ ਮੰਡੀਆਂ 'ਚ ਕੰਮ ਕਰਦੀ ਲੇਬਰ ਬਰਬਾਦ ਹੋ ਜਾਊਗੀ। ਪੰਜਾਬ ਦੇ ਲੱਖਾਂ ਕਿਸਾਨ ਤਬਾਹ ਹੋ ਜਾਣਗੇ ਤੇ ਕਈ ਹੋਰ ਗੱਲਾਂ ਕਹੀਆਂ ਨਵਜੋਤ ਸਿੰਘ ਸਿੱਧੂ ਨੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀ ਬਿੱਲਾਂ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਵੀ ਮੈਦਾਨ ਦੇ ਵਿੱਚ ਉਤਰ ਆਏ ਨੇ। ਉਹਨਾਂ ਨੇ ਅੱਜ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਇਹਨਾਂ ਬਿੱਲਾਂ ਨੂੰ ਕਾਲਾ ਕਾਨੂੰਨ ਕਰਾਰ ਦਿੱਤਾ। ਉਹਨਾਂ ਨੇ ਬੜੇ ਸੌਖੇ ਸ਼ਬਦਾਂ ਦੇ ਵਿੱਚ ਕਿਸਾਨਾਂ ਨੂੰ ਸਮਝਾਇਆ ਕਿ ਖੇਤੀ ਕਾਨੂੰਨ ਕਿਵੇਂ ਕਿਸਾਨ ਦੇ ਨਾਲ ਆਮ ਆਦਮੀ ਦੇ ਵੀ ਵਿਰੁੱਧ ਨੇ। ਖੇਤੀ ਬਿੱਲਾਂ ਨੂੰ ਸਿੱਧੂ ਨੇ ਕਾਲਾ ਕਾਨੂੰਨ ਦੱਸਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਸਾਡੀ ਜਿੰਦ ਜਾਨ, ਇਕੱਠੇ ਹੋ ਕੇ ਲੜਾਂਗੇ ਲੜਾਈ। ਸਿੱਧੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਜਾਣ ਨਾਲ ਕੁਝ ਨਹੀਂ ਹੋਣਾ, ਬਿੱਲ ਰੱਦ ਕਰਵਾਉਣ ਦੇ ਲਈ ਸੁਪਰੀਮ ਕੋਰਟ ਦਾ ਰੁਖ ਕਰਨਾ ਚਾਹੀਦਾ। ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਸੜਕਾਂ ਤੇ ਉਤਰਨ ਦਾ ਐਲਾਨ ਕਰ ਦਿੱਤਾ ਹੈ। ਉਹ 23 ਸਤੰਬਰ ਨੂੰ ਕਿਸਾਨਾਂ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨ ਕਰਨਗੇ। ਸਿੱਧੂ ਅੰਮ੍ਰਿਤਸਰ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਨਗੇ। ਭੰਡਾਰੀ ਪੁਲ ਤੋਂ ਲੈ ਕੇ ਹਾਲ ਬਾਜ਼ਾਰ ਤੱਕ ਮਾਰਚ ਕੱਢਿਆ ਜਾਵੇਗਾ। ਲੰਮੇ ਸਮੇਂ ਤੋਂ ਲਾਪਤਾ ਸਿੱਧੂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਗੇ। ਸਿੱਧੂ ਵੱਲੋਂ ਮੋਦੀ ਸਰਕਾਰ ਤੇ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨਾ ਬਿੰਨਿਆ ਜਾਵੇਗਾ। ਇਸ ਤੋਂ ਪਹਿਲਾਂ ਸਿੱਧੂ ਨੇ ਖੇਤੀ ਬਿੱਲਾਂ ਦੇ ਉੱਤੇ ਟਵੀਟ ਵੀ ਕੀਤਾ ਸੀ। ਨਵਜੋਤ ਸਿੰਘ ਸਿੱਧੂ ਨੇ ਸ਼ਾਇਰੀ ਨਾਲ ਕੇਂਦਰ ਸਰਕਾਰ ਤੇ ਨਿਸ਼ਾਨਾ ਬਿੰਨਿਆ ਸੀ। ਸਿੱਧੂ ਨੇ ਪੰਜਾਬੀ ਭਾਸ਼ਾ 'ਚ ਟਵੀਟ ਕੀਤਾ ਕਿ ਖੇਤੀਬਾੜੀ ਪੰਜਾਬ ਦੀ ਰੂਹ ਹੈ। ਸਰੀਰ ਦੇ ਜ਼ਖਮ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਆਤਮਾ ਦੇ ਜ਼ਖਮ ਬਰਦਾਸ਼ਤ ਨਹੀਂ ਹੋਣਗੇ। ਮਾਫ ਨਹੀਂ ਕੀਤਾ ਜਾਵੇਗਾ। ਯੁੱਧ ਦਾ ਬਿਗਲ ਵੱਜਦਾ ਹੈ। ਇਨਕਲਾਬ ਜ਼ਿੰਦਾਬਾਦ। ਇੱਕ ਹੋਰ ਟਵੀਟ ਦੇ ਵਿੱਚ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਦੇ ਯਾਨੀ ਕਿ ਸਰਕਾਰਾਂ ਦੇ ਚਿਹਰਿਆਂ ਦੇ ਉੱਤੇ ਧੂੜ ਸੀ ਤੇ ਉਹ ਸ਼ੀਸ਼ੇ ਸਾਫ਼ ਕਰਦੀਆਂ ਰਹੀਆਂ। ਸਿੱਧੂ 21 ਜੁਲਾਈ 2019 ਤੋਂ ਬਾਅਦ ਟਵਿੱਟਰ ਦੇ ਉੱਤੇ ਸਰਗਰਮ ਹੋਏ ਸਨ। ਉਹਨਾਂ ਦੇ ਵੱਲੋਂ ਟਵਿੱਟਰ ਦੇ ਉੱਤੇ ਜਾਂ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਸਰਗਰਮੀਆਂ ਸਮੇਂ-ਸਮੇਂ ਦੇ ਉੱਤੇ ਛੇੜੀਆਂ ਜਾਂਦੀਆਂ ਨੇ। ਪਰ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਤੇ ਕਿਸ ਤਰੀਕੇ ਨਾਲ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਘੜੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪਿਛਲੇ ਦਿਨੀ ਵੀ ਖਬਰ ਦੀ ਖਬਰ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਬੇਨਤੀ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਕੋਈ ਵੀ ਹੋਰ ਵਿਧਾਇਕ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਉਹਦੀ ਆਪਣੀ ਹਾਈ ਕਮਾਨ ਦੇ ਨਾਲ ਜਾਂ ਪੰਜਾਬ ਦੀ ਇਕਾਈ ਦੇ ਨਾਲ ਜਿੰਨੀ ਮਰਜ਼ੀ ਅਣਬਣ ਹੋਵੇ ਪਰ ਉਹਦੀ ਆਮ ਲੋਕਾਂ ਦੇ ਨਾਲ ਤਾਂ ਕੋਈ ਅਣਬਣ ਨਹੀਂ। ਆਮ ਲੋਕਾਂ ਨੇ ਤਾਂ ਨੇਤਾਵਾਂ ਨੂੰ ਹਮੇਸ਼ਾ ਪਿਆਰ ਹੀ ਦਿੱਤਾ, ਮਿਲਦਾ ਬਦਲੇ 'ਚ ਕੁਝ ਨਹੀਂਗਾ, ਪਰ ਆਪਦੇ ਕੋਲੋਂ ਸਭ ਕੁਝ ਦੇ ਦਿੰਦੇ ਵੋਟ ਦੇ ਰੂਪ ਦੇ ਵਿੱਚ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਕੋਈ ਵੀ ਹੋਰ ਕਿਸੇ ਵੀ ਪਾਰਟੀ ਦਾ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਜਾਂ ਮੰਤਰੀ ਹੈ, ਉਹਦਾ ਇਹ ਪਹਿਲ ਪਲੱਕੜਾ ਫਰਜ਼ ਬਣਦਾ ਕਿ ਉਹ ਇਸ ਵਕਤ ਕਿਸਾਨੀ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰੇ। ਨਵਜੋਤ ਸਿੰਘ ਸਿੱਧੂ ਦੀ ਚੁੱਪ ਦੇ ਉੱਤੇ ਬਹੁਤ ਸਾਰੇ ਸਵਾਲ ਪੈਦਾ ਹੋਏ ਸੀ। ਵਿੱਚੋਂ ਇਹ ਵੀ ਗੱਲਾਂ ਉੱਠਣ ਲੱਗ ਪਈਆਂ ਸੀ ਕਿ ਸਿੱਧੂ ਭਾਜਪਾ ਦੇ ਵਿੱਚ ਜਾਣ ਦੇ ਚਾਹਵਾਨ ਆ, ਇਸੇ ਕਰਕੇ ਉਹ ਬੋਲ ਨਹੀਂ ਰਹੇ। ਖਬਰਾਂ ਇਹ ਵੀ ਆਈਆਂ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋ ਚੁੱਕੀ ਹੈ। ਖਬਰਾਂ ਇਹ ਵੀ ਸੀ ਕਿ ਮਜਬੂਰੀ ਦੇ ਵਿੱਚ ਉਹ ਬੋਲ ਨਹੀਂ ਰਹੇ ਕਿਉਂਕਿ ਕੇਂਦਰ ਦੇ ਆਰਡੀਨੈਂਸਾਂ ਦੇ ਖਿਲਾਫ ਜੇਕਰ ਉਹ ਬੋਲਣਗੇ ਤਾਂ ਉਹਨਾਂ ਦਾ ਰਾਹ ਭਾਜਪਾ ਦੇ ਵਿੱਚ ਜਾਣ ਦਾ ਫਿਰ ਬੰਦ ਹੋ ਜਾਣਾ। ਖਬਰਾਂ ਇਹ ਵੀ ਆ ਰਹੀਆਂ ਸੀ ਭਰੋਸੇਯੋਗ ਸੂਤਰਾਂ ਦੇ ਰਾਹੀਂ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਆਉਂਦੇ ਸਮੇਂ 'ਚ ਚੋਣ ਲੜੂਗੀ ਤੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਚਾਹਵਾਨ ਹੈ। ਇਸ ਕਰਕੇ ਸਿੱਧੂ ਚਾਹੁੰਦੇ ਹੋਏ ਵੀ ਨਹੀਂ ਬੋਲਦੇ ਇਹੋ ਜਿਹੇ ਗੰਭੀਰ ਮਸਲਿਆਂ ਦੇ ਉੱਤੇ। ਉਹ ਨਾ ਪੰਜਾਬੀ ਮਸਲੇ ਦੇ ਉੱਤੇ ਬੋਲ ਰਹੇ ਆ, ਨਾ ਹੀ ਉਹ ਖੇਤੀਬਾੜੀ ਦੇ ਮਾਮਲੇ ਤੇ ਬੋਲ ਰਹੇ ਆ। ਪਰ ਹੁਣ ਸਿੱਧੂ ਨੇ ਆਪਣੀ ਚੁੱਪ ਤੋੜੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਕਾਲੇ ਕਾਨੂੰਨ ਆ, ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਕਾਲੇ ਕਾਨੂੰਨ ਲਾਗੂ ਨਾ ਹੋਣ ਤਾਂ ਪੰਜਾਬ ਦੇ ਬੱਚੇ ਨੂੰ ਇਕੱਠੇ ਹੋਣਾ ਪਊਗਾ। ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ, ਪੰਜਾਬ ਦੀ ਕੋਈ ਵੀ ਰਾਜਨੀਤਿਕ ਧਿਰ ਹੋਵੇ, ਉਹਨਾਂ ਸਾਰੀਆਂ ਨੂੰ ਇੱਕ ਮੰਚ ਦੇ ਉੱਤੇ ਆਉਣਾ ਪਊਗਾ ਜੇਕਰ ਅਸੀਂ ਪੰਜਾਬ ਦੀ ਖੇਤੀਬਾੜੀ ਨੂੰ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ। ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਇਸ ਵਕਤ MSP ਦਾ ਸਭ ਤੋਂ ਵੱਧ ਰੌਲਾ। MSP ਜੇਕਰ ਖਤਮ ਕਰਤੀ ਕੇਂਦਰ ਦੀ ਸਰਕਾਰ ਨੇ ਤਾਂ ਸਮਝ ਲਓ ਸਭ ਕੁਝ ਤਬਾਹ ਹੋ ਜਾਣਾ। ਇਸ ਵਕਤ ਬਹੁਤ ਸਾਰੀਆਂ ਫਸਲਾਂ ਇਹੋ ਜਿਹੀਆਂ ਜਿਨ੍ਹਾਂ ਦੀ MSP ਮਿੱਥੀ ਨਹੀਂ ਜਾਂਦੀ, ਜਿਹਦੇ ਕਰਕੇ ਕਿਸਾਨ ਭਾਈਚਾਰਾ ਉਹਨਾਂ ਫਸਲਾਂ ਨੂੰ ਬੀਜਣ ਤੋਂ ਗੁਰੇਜ਼ ਕਰਦਾ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਦੁੱਧ ਦੇ ਉੱਤੇ MSP ਹੋ ਸਕਦੀ ਹੈ, ਜੇਕਰ ਹਰਿਆਣੇ ਦੇ ਵਿੱਚ ਕਈ ਹੋਰ ਚੀਜ਼ਾਂ ਦੇ ਉੱਤੇ MSP ਹੋ ਸਕਦੀ ਹੈ, ਜੇਕਰ ਜੰਮੂ ਕਸ਼ਮੀਰ ਦੇ ਵਿੱਚ ਸੇਬਾਂ ਦੇ ਉੱਤੇ ਹੋ ਸਕਦੀ ਹੈ, ਤਾਂ ਪੰਜਾਬ ਦੇ ਵਿੱਚ ਕਿਹੜੀ ਗੱਲੋਂ ਹਰ ਚੀਜ਼ ਦੇ ਉੱਤੇ, ਹਰ ਫਸਲ ਦੇ ਉੱਤੇ MSP ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਉਹਨਾਂ ਨੇ ਕਿਹਾ ਜੀ ਕਿ ਇਹ ਸਾਜ਼ਿਸ਼ ਘੜੀ ਜਾਂਦੀ ਹੈ, ਪੰਜਾਬ ਨੂੰ ਸਾਜ਼ਿਸ਼ ਤਹਿਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੇਕਰ ਅਸੀਂ ਹੰਭਲਾ ਇਕੱਠੇ ਹੋ ਕੇ ਮਾਰਾਂਗੇ ਤਾਂ ਕੁਝ ਨਾ ਕੁਝ ਬਣੂਗਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਨਿੱਠ ਕੇ ਲੜਾਈ ਲੜੀਏ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਣੀਆਂ ਦੂਰੀਆਂ ਖਤਮ ਕਰਕੇ ਅਸੀਂ ਕੁਝ ਨਾ ਕੁਝ ਲੈ ਡੁੱਬਾਂਗੇ, ਨਹੀਂ ਤਾਂ ਸਾਡਾ ਕੰਮ ਖਤਮ ਹੋ ਗਿਆ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਇਹ ਲੜਾਈ ਸਾਡੀ ਆਨ ਬਾਨ ਤੇ ਸ਼ਾਨ ਦੀ ਪ੍ਰਤੀਕ ਹੈ।
ਉਹਨਾਂ ਨੇ ਕਿਹਾ ਜੀ ਕਿ ਜਵਾਨੀ ਤੇ ਕਿਸਾਨੀ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਸਿੱਧੂ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਇਹ ਤਾਂ ਸਪਸ਼ਟ ਹੋ ਗਿਆ ਕਿ ਉਹਦਾ ਭਾਜਪਾ ਦੇ ਵਿੱਚ ਜਾਣ ਦਾ ਕੋਈ ਰੁਝਾਨ ਨਹੀਂ। ਭਾਜਪਾ ਦੇ ਵਿੱਚ ਜਾਣ ਦੀਆਂ ਖਬਰਾਂ ਜਿਹੜੀਆਂ ਉਹ ਸਿਰਫ ਤੇ ਸਿਰਫ ਅਫਵਾਹਾਂ ਹੋ ਸਕਦੀਆਂ, ਕਿਉਂਕਿ ਜੇਕਰ ਉਹਨੇ ਜਾਣਾ ਹੁੰਦਾ ਜਾਂ ਉਹਨੂੰ ਕੋਈ ਆਸ ਹੁੰਦੀ ਜਾਂ ਉਹਦੀ ਕੋਈ ਇੱਛਾ ਹੁੰਦੀ ਤਾਂ ਫਿਰ ਉਹਨੇ ਅੱਜ ਵਾਲਾ ਕੁਝ ਨਹੀਂ ਸੀ ਬੋਲਣਾ, ਕਿਉਂਕਿ ਇੰਨਾ ਕੁਝ ਬੋਲ ਕੇ ਉਹ ਭਾਜਪਾ ਦੇ ਵਿੱਚ ਜਾਵੇ ਤੇ ਪਹਿਲਾਂ ਕਾਂਗਰਸ ਦੇ ਬਾਰੇ ਬਹੁਤ ਕੁਝ ਬੋਲ ਕੇ ਤੇ ਕਾਂਗਰਸ ਦੇ ਵਿੱਚ ਭਾਜਪਾ ਚੋਂ ਨਿਕਲ ਕੇ ਆਏ ਆ। ਸੋ ਇਸ ਕਰਕੇ ਹੁਣ ਆਸ ਆ ਜਿਹੜੀ ਉਹ ਖਤਮ ਹੋ ਗਈ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਜਦੋਂ ਮੈਦਾਨ ਦੇ ਵਿੱਚ ਨਿਤਰਨਗੇ, ਜਦੋਂ ਉਹਨਾਂ ਨੇ ਭੰਡਾਰੀ ਪੁਲ ਤੱਕ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣਾ ਅੰਮ੍ਰਿਤਸਰ ਦੇ ਵਿੱਚ, ਤਾਂ ਇਹ ਗੱਲ ਉਹਨਾਂ ਦੇ ਸੱਜਰੇ ਸ਼ਰੀਕਾਂ ਨੂੰ ਕਿੰਨੀ ਕੁ ਚੰਗੀ ਲੱਗੂਗੀ ਵਕਤ ਦੱਸੂਗਾ। ਉਹ ਕਿੰਨਾ ਕੁ ਚੰਗਾ ਸਮਝਣਗੇ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਖੇਤਰ ਦੇ ਵਿੱਚ ਮੋਰਚਾ ਖੋਲ੍ਹ ਲਿਆ, ਆਪਣੇ ਸ਼ਹਿਰ ਦੇ ਵਿੱਚ, ਇਹ ਵਕਤ ਬਿਆਨ ਕਰੂਗਾ। ਪਰ ਬੇਨਤੀ ਇੱਕ ਹੋਰ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਨਾ ਹੋਵੇ ਇੱਕ ਦਿਨ ਦੇ ਲਈ ਧਰਨੇ ਦੇ ਵਿੱਚ ਹਿੱਸਾ ਲੈ ਕੇ ਤੇ ਬਾਅਦ ਦੇ ਵਿੱਚ ਫਿਰ ਚੁੱਪ ਵੱਟ ਜੇ। ਇਸ ਵਕਤ ਪੰਜਾਬ ਦੇ ਬਹੁਤ ਸਾਰੇ ਭਖਵੇਂ ਮੁੱਦੇ ਆ ਜਿਨ੍ਹਾਂ ਦੇ ਉੱਤੇ ਲਗਾਤਾਰਤਾ ਬਰਕਰਾਰ ਰੱਖਣ ਦੀ ਲੋੜ ਆ ਨਵਜੋਤ ਸਿੱਧੂ ਨੂੰ। ਉਹਨੇ ਕਿਸੇ ਵੀ ਪਾਰਟੀ ਦੇ ਵਿੱਚ ਰਹਿਣਾ, ਕਿਤੇ ਵੀ ਜਾਣਾ, ਇਹ ਉਹਦੀ ਨਿੱਜੀ ਮਰਜ਼ੀ ਹੈ, ਪਰ ਉਹਨੂੰ ਪੰਜਾਬ ਦੇ ਮੁੱਦੇ ਚੁੱਕਦੇ ਰਹਿਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਲੋਕ ਆਸ ਕਰਦੇ ਆ ਤੇ ਜੇਕਰ ਉਹਨੇ ਆਸਾਂ ਨੂੰ ਬੂਰ ਨਾ ਲਾਇਆ ਤੇ ਫਿਰ ਲੋਕ ਕਹਿਣਗੇ ਵੀ 117 ਦੇ ਵਿੱਚੋਂ ਇੱਕ MLA ਤੁਰਿਆ ਫਿਰਦਾ ਤੇ ਕੀ ਕਰਾਉਣਾ ਇਹ ਤੋਂ ਵੀ। ਸੁਮੇਧ ਸਿੰਘ ਸੈਣੀ ਹਾਲੇ ਵੀ ਨਹੀਂ ਲੱਭਿਆ। ਜੇਕਰ ਇਹ ਗੱਲ ਤੁਹਾਡੇ ਕੰਨੀ ਪਵੇ ਤਾਂ ਇੱਕਦਮ ਸ਼ਾਇਦ ਤੁਹਾਡਾ ਵੀ ਹਾਸਾ ਨਿਕਲੇ ਵੀ ਉਹ ਗਵਾਚਿਆ ਕਦੋਂ ਸੀ ਜਿਹੜਾ ਹੁਣ ਤੱਕ ਲੱਭਿਆ ਨਹੀਂ। ਪਰ ਫਿਰ ਬਹੁਤ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਕਿ ਸਮੇਂ-ਸਮੇਂ ਦੇ ਉੱਤੇ ਵੱਡੇ ਬੰਦੇ ਗਵਾਚ ਵੀ ਜਾਂਦੇ ਹੁੰਦੇ ਆ। ਜਦੋਂ ਗ੍ਰਿਫਤਾਰੀ ਹੁੰਦੀ ਆ, ਜਦੋਂ ਅਦਾਲਤ ਕੋਈ ਸਜ਼ਾ ਸੁਣਾਉਂਦੀ ਆ, ਫਿਰ ਛਾਤੀ ਦੇ ਵਿੱਚ ਦਰਦ ਵੀ ਉੱਠਦਾ ਹੁੰਦਾ ਤੇ ਫਿਰ ਨਾਲ ਦੀ ਨਾਲ ਹਸਪਤਾਲ ਦੇ ਵਿੱਚ ਭਰਤੀ ਵੀ ਹੋ ਜਾਣਾ ਹੁੰਦਾ। ਫਿਰ ਇੱਕਦਮ ਸ਼ੂਗਰ ਵੀ ਵੱਧਦੀ ਹੁੰਦੀ ਹੈ, ਫਿਰ ਦਿਮਾਗ ਦੇ ਵਿੱਚ ਕਲੌਟ ਵੀ ਆ ਜਾਂਦਾ ਹੁੰਦਾ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਮੇਂ-ਸਮੇਂ ਦੇ ਉੱਤੇ ਜੋ ਕੁਝ ਪਿਛਾਂਹ ਨੂੰ ਵਾਪਰਿਆ ਤੇ ਉਹ ਸਾਡੇ ਚੇਤੇ ਦੇ ਵਿੱਚ ਗੂੰਜਣ ਲੱਗ ਪੈਂਦਾ। ਪਰ ਇਸ ਵਕਤ ਸੁਮੇਧ ਸੈਣੀ ਲੁਕਿਆ ਕਿੱਥੇ ਆ, ਇਹਦੇ ਬਾਬਤ ਜਾਣਦਾ ਕੋਈ ਨਹੀਂ। ਸ਼ਾਇਦ ਟੱਬਰ ਜਾਣਦਾ ਹੋਵੇ, ਸ਼ਾਇਦ ਨਹੀਂ ਵੀ ਜਾਣਦਾ ਹੋਵੇ, ਆਪਾਂ ਇੱਥੇ ਬੈਠ ਕੇ ਅੰਦਾਜ਼ਾ ਨਹੀਂ ਲਾ ਸਕਦੇ। ਪਰ ਸੁਮੇਧ ਸੈਣੀ ਲੱਭਦਾ ਨਹੀਂ। ਇਹ ਗੱਲ ਪੁਲਿਸ ਕਹਿੰਦੀ ਹੈ, ਮੈਂ ਜ਼ਾਤੀ ਤੌਰ ਦੇ ਉੱਤੇ ਨਹੀਂ ਕਹਿੰਦਾ। ਮੇਰਾ ਤਾਂ ਖਿਆਲ ਇਹ ਹੈ ਕਿ ਜੇਕਰ ਲੱਭਣਾ ਹੋਵੇ ਤਾਂ ਕੋਈ ਵੀ ਲੱਭ ਸਕਦਾ ਤੇ ਜੇਕਰ ਇੱਛਾ ਨਾ ਹੋਵੇ ਤਾਂ ਕੁਝ ਵੀ ਨਹੀਂ ਲੱਭਦਾ। ਫਿਰ ਘਰ ਦੇ ਵਿੱਚ ਤੌਲੀਆ ਗਵਾਚਿਆ ਹੋਵੇ ਉਹ ਵੀ ਨਹੀਂ ਲੱਭਦਾ ਜੇਕਰ ਇੱਛਾ ਨਾ ਹੋਵੇ। ਇਹ ਤਾਂ ਫਿਰ ਵੀ ਸੁਮੇਧ ਸੈਣੀ ਆ। ਸੋ ਸੁਮੇਧ ਸੈਣੀ ਦੇ ਮਾਮਲੇ ਦੇ ਉੱਤੇ ਪੁਲਿਸ ਨੇ ਅੱਜ ਗੱਲ ਕਹੀ ਹੈ ਕਿ ਉਹਨੇ SIT ਦੇ ਵਿੱਚ ਤਾਂ ਕੀ ਸਹਿਯੋਗ ਦੇਣਾ। SIT ਜਿਹੜੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਮੁਤਲਕ ਬਣਾਈ ਗਈ ਹੈ, ਉਹਦੀ ਤਾਂ ਉਹਨੇ ਕੀ ਮਦਦ ਕਰਨੀ ਆ, ਪੁਣਛਾਣ ਕਰਨ ਦੇ ਵਿੱਚ, ਪੜਤਾਲ ਕਰਨ ਦੇ ਵਿੱਚ ਸਹਿਯੋਗ ਉਹਨੇ ਕੀ ਦੇਣਾ ਜਾਂਚ ਦੇ ਵਿੱਚ, ਉਹ ਲੱਭਦਾ ਹੀ ਨਹੀਂ। ਉਹ ਹੈ ਕਿੱਥੇ ਪਤਾ ਹੀ ਨਹੀਂ। ਪਿਛਲੇ ਦਿਨੀ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ। ਇਹ ਵੀ ਗੱਲ ਕਹੀ ਸੀ ਕਿ ਸੂਬੇ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਉੱਤਰ ਦਾਖਲ ਕਰੇ। ਪਰ ਇਹ ਵੀ ਗੱਲ ਕਹੀ ਗਈ ਸੀ ਕਿ ਸੁਮੇਧ ਸੈਣੀ ਹੈ ਜਿਹੜਾ ਉਹ ਪੁਲਿਸ ਦਾ ਪੜਤਾਲ ਦੇ ਮਾਮਲੇ ਵਿੱਚ ਸਹਿਯੋਗ ਵੀ ਦੇਵੇ। ਪਰ ਪੁਲਿਸ ਕਹਿੰਦੀ ਸਾਨੂੰ ਉਹ ਮਿਲਦਾ ਹੀ ਨਹੀਂ। ਸੁਮੇਧ ਸੈਣੀ ਨੂੰ ਅੱਜ ਵੀ ਚੰਡੀਗੜ੍ਹ ਦੇ ਘਰ ਦੇ ਵਿੱਚ ਪੁਲਿਸ ਵੇਖਣ ਗਈ, ਕਹਿੰਦੇ ਲੱਭਿਆ ਹੀ ਨਹੀਂ। ਇਸ ਕਰਕੇ ਉਹ ਉਹਨਾਂ ਦੇ ਕੌਲੇ ਦੇ ਉੱਤੇ, ਦਰਵਾਜ਼ੇ ਦੇ ਉੱਤੇ ਇੱਕ ਫਰਲਾ ਚਿਪਕਾਏ ਆ, ਨੋਟਿਸ ਚਿਪਕਾ ਕੇ ਆ ਗਏ ਆ। ਹੁਣ ਸੁਮੇਧ ਸੈਣੀ ਅਨਿਲ ਕਪੂਰ ਆ, ਸੁਮੇਧ ਸੈਣੀ ਕੋਈ ਡਾਊਨ ਆ, ਸੁਮੇਧ ਸੈਣੀ ਨੂੰ ਜ਼ਮੀਨ ਨਿਕਲ ਗਈ ਜਾਂ ਅਸਮਾਨ ਖਾ ਗਿਆ, ਇਹ ਹੁਣ ਪਤਾ ਨਹੀਂ, ਕੁਝ ਕਹਿ ਨਹੀਂ ਸਕਦੇਗੇ। ਪਰ ਸੁਮੇਧ ਸੈਣੀ ਲੱਭਦਾ ਨਹੀਂ, ਲੱਭਦਾ ਨਹੀਂ, ਲੱਭਦਾ ਨਹੀਂ, ਇਹੋ ਜਿਹੀਆਂ ਗੱਲਾਂ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਸੁਣ ਰਹੇ ਹਾਂ। ਪਰ ਲੋਕਾਂ ਦੇ ਵੱਡੇ ਹਿੱਸੇ ਦਾ ਇਹ ਕਹਿਣਾ ਕਿ ਸੁਮੇਧ ਸੈਣੀ ਦੀਆਂ ਜਿੰਨੀਆਂ ਵੱਡੇ ਪੱਧਰ ਦੇ ਉੱਤੇ ਖਬਰਾਂ ਆ ਰਹੀਆਂ ਸੀ, ਇਹ ਤਾਂ ਕਿਸਾਨ ਅੰਦੋਲਨ ਸ਼ੁਰੂ ਹੋ ਗਏ ਆ, ਜਿਹਦੇ ਕਰਕੇ ਸੈਣੀ ਦੇ ਵੱਲੋਂ ਲੋਕਾਂ ਦਾ ਧਿਆਨ ਆ ਜਿਹੜਾ ਉਹ ਹਟ ਗਿਆ। ਨਹੀਂ ਤਾਂ ਸੈਣੀ ਦੇ ਪਿੱਛੇ ਜਿਸ ਤਰੀਕੇ ਨਾਲ ਮੀਡੀਆ ਸੀ, ਜਿਸ ਤਰੀਕੇ ਨਾਲ ਹਰ ਰੋਜ਼ ਉਹਦੇ ਨਵੇਂ-ਨਵੇਂ ਕਾਰਨਾਮਿਆਂ ਦੀਆਂ, ਨਵੀਆਂ-ਨਵੀਆਂ ਹਰਕਤਾਂ ਦੀਆਂ ਖਬਰਾਂ ਆਉਂਦੀਆਂ ਸੀ, ਉਹਦੇ ਬਾਬਤ ਬਦਨਾਮੀ ਦੇ ਟੋਕਰੇ ਜਿਹੜੇ ਉਹ ਸੈਣੀ ਦੇ ਸਿਰ ਦੇ ਉੱਤੇ ਰੱਖੇ ਗਏ ਸੀਗੇ। ਪਰ ਇਸ ਵਕਤ ਕਿਉਂਕਿ ਸਭ ਦਾ ਧਿਆਨ ਕਿਸਾਨੀ ਅੰਦੋਲਨਾਂ ਦੇ ਵੱਲ ਹੈ, ਇਸ ਕਰਕੇ ਸੈਣੀ ਦੇ ਵੱਲੋਂ ਵਕਤੀ ਤੌਰ ਦੇ ਉੱਤੇ ਜਾਂ ਪੱਕੇ ਤੌਰ ਦੇ ਉੱਤੇ ਕੁਝ ਕਹਿ ਨਹੀਂ ਸਕਦੇ, ਧਿਆਨ ਇੱਕ ਵਾਰ ਹਟ ਗਿਆ। ਇਹਦੇ ਨਾਲ ਸੈਣੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲਾਭ ਹੋਇਆ, ਕਿਉਂਕਿ ਸ਼ਾਇਦ ਉਹ ਵੀ ਸੋਚਦਾ ਹੋਵੇ ਜਿੱਥੇ ਵੀ ਲੁਕਿਆ ਹੋਊਗਾ ਕਿ ਭਾਈ ਮੇਰੀਆਂ ਹੀ ਖਬਰਾਂ ਆ ਰਹੀਆਂ, ਮੇਰੀ ਬਦਨਾਮੀ ਬਹੁਤ ਹੋ ਰਹੀ ਹੈ, ਮੇਰੇ ਬਾਬਤ ਆਹ ਬਹੁਤ ਲਿਖਿਆ ਜਾ ਰਿਹਾ, ਮੇਰੇ ਬਾਬਤ ਆਹ ਬਹੁਤ ਬੋਲਿਆ ਜਾ ਰਿਹਾ। ਪਰ ਇਸ ਵਕਤ ਕਿਸਾਨੀ ਅੰਦੋਲਨ ਦੀਆਂ ਖਬਰਾਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ। ਪਰ ਸੈਣੀ ਹੈ ਕਿੱਥੇ, ਇਹਦੇ ਬਾਬਤ ਪਤਾ ਨਹੀਂ ਕਦੋਂ ਲੱਗਣਾ। ਪਰ ਜਿਹੜੀ ਖਬਰ ਅੱਜ ਸਾਨੂੰ ਪ੍ਰਾਪਤ ਹੋਈ ਹੈ, ਪਹਿਲਾਂ ਉਹਦਾ ਸੰਖੇਪ ਦੇ ਵਿੱਚ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਮੇਧ ਸੈਣੀ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਵਾਸਤੇ SIT ਦੇ ਵੱਲੋਂ 23 ਸਤੰਬਰ ਨੂੰ ਸਵੇਰੇ 11 ਵਜੇ ਸੱਦਿਆ ਗਿਆ। ਮੁਲਤਾਨੀ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ DGP ਸੈਣੀ ਨੂੰ ਸੰਮਣ ਦੇਣ ਗਈ ਪੁਲਿਸ ਨੂੰ ਅੱਜ ਸੈਣੀ ਚੰਡੀਗੜ੍ਹ ਦੇ ਵਿੱਚ ਆਪਣੀ ਰਿਹਾਇਸ਼ ਦੇ ਵਿੱਚ ਨਹੀਂ ਮਿਲੇ। ਇਸ ਮਗਰੋਂ ਪੁਲਿਸ ਨੇ ਉਹਨਾਂ ਦੀ ਰਿਹਾਇਸ਼ ਦੇ ਬਾਹਰ ਸੰਮਣ ਚਿਪਕਾ ਦਿੱਤਾ, ਜਿਹਦੇ ਵਿੱਚ ਉਸ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ 23 ਸਤੰਬਰ ਨੂੰ ਸਵੇਰੇ 11 ਵਜੇ ਸੱਦਿਆ ਗਿਆ। ਪੁਲਿਸ ਮੁਤਾਬਕ ਇਸ ਸੰਮਣ ਦੀ ਕਾਪੀ ਪੁਲਿਸ ਨੇ ਸੁਮੇਧ ਸੈਣੀ ਦੇ ਵਕੀਲਾਂ ਨੂੰ ਵੀ ਸੌਂਪ ਦਿੱਤੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਜੋ
ਟੀਮ ਬਣਾਈ ਗਈ ਹੈ ਉਹਦੇ ਵੱਲੋਂ ਸੁਮੇਧ ਸੈਣੀ ਦੀ ਈਮੇਲ ਆਈਡੀ ਦੇ ਉੱਤੇ ਕਈ ਵਾਰ ਈਮੇਲਾਂ ਕੀਤੀਆਂ ਗਈਆਂ ਨੇ ਤੇ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਤੁਸੀਂ ਸਰੈਂਡਰ ਕਰੋ ਤੇ ਜਾਂਚ ਦੇ ਵਿੱਚ ਪੜਤਾਲ ਦੇ ਵਿੱਚ ਸਹਿਯੋਗ ਦਿਓ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਕਿ ਸੁਮੇਧ ਸੈਣੀ ਦੇ WhatsApp ਨੰਬਰ ਦੇ ਉੱਤੇ ਵੀ ਕਈ ਵਾਰ ਸੁਨੇਹੇ ਭੇਜੇ ਗਏ ਨੇ ਤੇ ਉਹਨਾਂ ਨੇ ਵਾਰ-ਵਾਰ ਇਹ ਗੱਲ ਕਹੀ ਹੈ ਕਿ ਤੁਸੀਂ ਆ ਕੇ ਸਾਨੂੰ ਜਾਂਚ ਪੜਤਾਲ ਦੇ ਵਿੱਚ ਸਹਿਯੋਗ ਦਿਓ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੀਆਂ ਕਈ ਰਾਜਨੀਤਿਕ ਪਾਰਟੀਆਂ ਹੁਣ ਤੱਕ ਇਸ ਗੱਲ ਦੇ ਉੱਤੇ ਜ਼ੋਰ ਪਾਉਂਦੀਆਂ ਰਹੀਆਂ ਨੇ ਕਿ ਸੂਬੇ ਦੀ ਸਰਕਾਰ ਤੇ ਸੂਬੇ ਦੀ ਪੁਲਿਸ ਨਿਕੰਮੀ ਸਾਬਤ ਹੋਈ ਹੈ। ਜੇਕਰ ਇੱਕ ਜ਼ੈਡ ਸਿਕਿਉਰਿਟੀ ਵਾਲਾ ਸਾਬਕਾ DGP ਨਹੀਂ ਲੱਭਦਾ ਤਾਂ ਪੰਜਾਬ ਦੇ ਵਿੱਚ ਦਹਿਸ਼ਤਗਰਦਾਂ ਨੂੰ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਕਿਵੇਂ ਕਾਬੂ ਕਰ ਸਕਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੁਮੇਧ ਸੈਣੀ ਦੇ ਮੁਤਲਕ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਅਸੀਂ ਵੀ ਪੜ੍ਹੀਆਂ ਤੇ ਬਾਕੀ ਵੀ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਜਾਣੀਆਂ, ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਆ ਬੜੀ ਸਾਫ਼ ਤੇ ਸਪਸ਼ਟ, ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਦੇ ਵੀ ਪਰਿਵਾਰਕ ਜੀ ਦੇ ਨਾਲ ਇੱਕ ਵੀ ਵਿਅਕਤੀ ਦੇ ਨਾਲ ਕੋਈ ਧੱਕਾ ਹੋਵੇ, ਭਾਵੇਂ ਔਰਤ ਆ ਤੇ ਭਾਵੇਂ ਮਰਦ ਆ। ਪਰ ਸਾਡੀ ਪੰਜਾਬ ਪੁਲਿਸ ਦਾ ਕਿਰਦਾਰ ਕੀ ਆ ਇਹਦੇ ਨਾਲ ਜੁੜਦੀ ਗੱਲ ਜ਼ਰੂਰ ਹੈ। ਜੇਕਰ ਤੁਸੀਂ, ਮੈਂ ਜਾਂ ਕੋਈ ਵੀ ਹੋਰ ਵਿਅਕਤੀ ਗਲਤੀ ਕਰਦਾ, ਹਾਲਾਂਕਿ ਗਲਤੀ ਕਿਸੇ ਨੂੰ ਕਰਨੀ ਨਹੀਂ ਚਾਹੀਦੀ, ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ, ਪਰ ਜੇਕਰ ਅਸੀਂ ਗਲਤੀ ਕਰ ਦੇਗੇ ਤੇ ਲੱਭਦੇ ਨਾ ਹੋਈਏ ਤਾਂ ਪੁਲਿਸ ਦੇ ਵੱਲੋਂ ਟੱਬਰ ਦੇ ਜੀਆਂ ਨੂੰ ਚੁੱਕ ਲਿਆ ਜਾਂਦਾ। ਟੱਬਰ ਦੇ 1 2 4 ਜੀਆਂ ਨੂੰ ਚੁੱਕਿਆ ਜਾਂਦਾ। ਉਹਨਾਂ ਦੇ ਉੱਤੇ ਜਦੋਂ ਅਤਿਆਚਾਰ ਕੀਤਾ ਜਾਂਦਾ ਤਾਂ ਬੰਦਾ ਨੱਠਿਆ ਭੱਜਿਆ ਆਉਂਦਾ ਵੀ ਭਾਈ ਮੇਰੇ ਟੱਬਰ ਨੂੰ ਛੱਡ ਦਿਓ, ਮੈਂ ਤੁਹਾਡੇ ਮੂਹਰੇ ਹਾਜ਼ਰ ਹਾਂ। ਪਰ ਕੀ ਇਹੀ ਫਾਰਮੂਲਾ ਸੁਮੇਧ ਸੈਣੀ ਦੇ ਉੱਤੇ ਅਪਣਾਇਆ ਗਿਆ? ਹਾਲਾਂਕਿ ਅਸੀਂ ਫਿਰ ਇਹ ਗੱਲ ਕਹਿੰਦੇ ਆ ਵੀ ਪਰਿਵਾਰ ਦਾ ਹੋ ਸਕਦਾ ਕੋਈ ਕਸੂਰ ਨਾ ਹੋਵੇ, ਕਿਸੇ ਦੇ ਵੀ ਪਰਿਵਾਰ ਦੇ ਉੱਤੇ ਅਤਿਆਚਾਰ ਨਹੀਂ ਕਰਨਾ ਚਾਹੀਦਾ, ਕਿਸੇ ਦੇ ਵੀ ਪਰਿਵਾਰ ਨੂੰ ਢਾਲ ਬਣਾ ਕੇ ਵਰਤਣਾ ਨਹੀਂ ਚਾਹੀਦਾ, ਪਰ ਪੁਲਿਸ ਇੱਦਾਂ ਕਰਦੀ ਰਹੀ ਹੈ ਅਕਸਰ, ਜਿਹਦੇ ਕਰਕੇ ਇਹ ਸਵਾਲ ਮਨ ਦੇ ਵਿੱਚ ਪੈਦਾ ਹੁੰਦਾ ਕਿ ਕੀ ਸੈਣੀ ਨੂੰ ਇਸ ਤਰੀਕੇ ਨਾਲ ਲੱਭਿਆ ਨਹੀਂ ਸੀ ਜਾ ਸਕਦਾ ਜੇਕਰ ਉਹ ਚਾਹੁੰਦੇ ਤਾਂ। ਹੁਣ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਸਾਬਕਾ DGP ਨੂੰ ਕੋਈ ਮਰਜ਼ੀ ਮੁਤਾਬਕ ਹੱਥ ਪਾ ਸਕਦਾ ਹੈ? ਕੀ ਸਾਬਕਾ DGP ਨੂੰ ਕੋਈ ਇੰਨੀ ਛੇਤੀ ਗ੍ਰਿਫਤਾਰ ਕਰ ਸਕਦਾ ਹੈ? ਕੀ ਸਾਬਕਾ DGP ਪੁਲਿਸ ਨੂੰ ਝਕਾਨੀ ਦੇ ਕੇ ਇੱਦਾਂ ਗਾਇਬ ਹੋ ਸਕਦਾ ਹੈ? ਇਹਦਾ ਮਤਲਬ ਤਾਂ ਇਹ ਹੋਇਆ ਵੀ ਇਹ ਸਾਰੇ ਪੁਲਿਸ ਕਰਮਚਾਰੀ ਨਿਕੰਮੇ ਸੀ, ਭਾਵੇਂ ਉਹ ਇੰਸਪੈਕਟਰ ਆ, ਭਾਵੇਂ ਸਬ ਇੰਸਪੈਕਟਰ ਆ, ਭਾਵੇਂ ਹੌਲਦਾਰ ਆ, ਭਾਵੇਂ ਕਾਂਸਟੇਬਲ ਆ, ਜਿਨ੍ਹਾਂ ਨੇ ਵੀ ਉਹਦੀ ਸਿਕਿਉਰਿਟੀ ਕਰਨੀ ਸੀ, ਜੇਕਰ ਉਹ ਸਭ ਨੂੰ ਝਕਾਨੀ ਦੇ ਕੇ ਚਲਾ ਗਿਆ ਤਾਂ ਮਤਲਬ ਇਹਦਾ ਇੱਕੋ ਹੀ ਹੈ ਕਿ ਇਹਨਾਂ ਸਾਰੇ ਪੁਲਿਸ ਕਰਮਚਾਰੀਆਂ ਦੇ ਉੱਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਉਹ ਸੈਣੀ ਆ, ਪਤਾ ਨਹੀਂ ਕਿੱਥੇ ਹੈ ਤੇ ਕਿੱਥੇ ਹੈ ਨਹੀਂ ਆ। ਸੋ ਵਕਤ ਦੱਸੂਗਾ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਹੈ। ਪਰ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਫੀ ਹੁਣ ਤੱਕ ਬਦਖੂਹੀ ਹੋਈ ਹੈ। ਤੇ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ, ਇਹ ਤਾਂ ਸ਼ੁਕਰ ਮਨਾਉਣਾ ਚਾਹੀਦਾ ਸੈਣੀ ਨੂੰ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਇੰਨੇ ਵੱਡੇ ਪੱਧਰ ਦੇ ਉੱਤੇ ਭਖਿਆ। ਕੱਲੇ ਮੀਡੀਏ ਦੇ ਅੰਗ ਦਾ ਇਸ ਵਕਤ ਕਿਸਾਨ ਅੰਦੋਲਨ ਦੇ ਵੱਲ ਖਿਆਲ ਹੈ। ਜੇਕਰ ਇੱਧਰ ਖਿਆਲ ਨਾ ਹੁੰਦਾ ਤੇ ਸਭ ਦਾ ਧਿਆਨ ਸੈਣੀ ਦੇ ਵੱਲ ਹੀ ਹੁੰਦਾ ਤਾਂ ਜਿੰਨੀ ਕੁ ਉਹਦੀ ਬਦਨਾਮੀ ਹੋਈ ਹੈ ਤੇ ਇਹਦੇ ਨਾਲੋਂ ਕਈ ਗੁਣਾ ਹੋਰ ਵੱਧ ਹੋ ਜਾਣੀ ਸੀ। ਸੋ ਸੈਣੀ ਨੂੰ ਪੁਲਿਸ ਕਦੋਂ ਲੱਭੂਗੀ? ਕੀ ਸੈਣੀ SIT ਦਾ ਸਹਿਯੋਗ ਦੇਊਗਾ? ਕੀ ਸੈਣੀ ਦੀ ਗ੍ਰਿਫਤਾਰੀ ਹੋਊਗੀ ਨਹੀਂ ਆਉਂਦੇ ਸਮੇਂ ਦੇ ਵਿੱਚ? ਕੀ ਬਲਵੰਤ ਸਿੰਘ ਮੁਲਤਾਨੀ ਮਾਮਲੇ ਦੇ ਵਿੱਚ ਕੋਈ ਨਵਾਂ ਮੋੜ ਆਊਗਾ? ਇਹ ਵਕਤ ਬਿਆਨ ਕਰੂਗਾ। ਪਰ ਹੁਣ ਤੱਕ ਕਈ ਜਥੇਬੰਦੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਇਨਾਮ ਰੱਖੇ ਗਏ ਆ। ਕਿਸੇ ਨੇ ਕਿਹਾ ਜੀ ਕਿ ਸੈਣੀ ਨੂੰ ਫੜਾਉਣ ਵਾਲੇ ਨੂੰ ਅਸੀਂ ਗੋਲਡ ਮੈਡਲ ਦੇਵਾਂਗੇ, ਕਿਸੇ ਨੇ 50,000 ਰੁਪਈਆ ਤੇ ਕਿਸੇ ਨੇ 5 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ, ਪਰ ਫਿਰ ਵੀ ਸੈਣੀ ਲੱਭਿਆ ਨਹੀਂ ਗਿਆ। ਮਤਲਬ ਉਹ ਕੋਈ ਸ਼ਕਤੀਮਾਨ ਆ ਜਾਂ ਉਹ ਕੋਈ ਸਪਾਈਡਰਮੈਨ ਆ ਜਿਹੜਾ ਉੱਡ ਕੇ ਤੇ ਇੱਥੋਂ ਉੱਧਰ ਚਲਾ ਜਾਂਦਾ? ਇਹ ਪੁਲਿਸ ਜਾਣਦੀ ਹੈ, ਸਰਕਾਰ ਜਾਣਦੀ ਹੈ, ਜਾਂ ਸੈਣੀ ਦਾ ਟੱਬਰ ਜਾਣਦਾ, ਜਾਂ ਸੈਣੀ ਖੁਦ ਜਾਣਦਾ? ਪਰ ਲੋਕ ਹੈਰਾਨ ਆ ਇਹਨਾਂ ਖਬਰਾਂ ਦੇ ਬਾਰੇ ਜਾਣ ਕੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ 25 ਸਤੰਬਰ ਨੂੰ ਅਸੀਂ ਚੱਕਾ ਜਾਮ ਕਰਾਂਗੇ, ਯਾਨੀ ਕਿ ਹੁਣ ਤੋਂ 2 ਦਿਨਾਂ ਬਾਅਦ। ਪਰ ਇਸ ਮਾਮਲੇ ਦੇ ਉੱਤੇ ਜਿਵੇਂ ਕਿ ਅਸੀਂ ਪਹਿਲੀ ਖਬਰ ਦੇ ਵਿੱਚ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤਨਜ਼ ਕੱਸੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਭਾਜਪਾ ਦੇ ਦਫ਼ਤਰਾਂ ਮੂਹਰੇ, ਭਾਜਪਾਈ ਆਗੂਆਂ ਦੇ ਘਰਾਂ ਮੂਹਰੇ ਕਰੋ ਚੱਕਾ ਜਾਮ, ਕਰੋ ਪ੍ਰਦਰਸ਼ਨ। ਪੰਜਾਬ ਦੇ ਵਿੱਚ ਤੁਹਾਨੂੰ ਇਹ ਕਰਨ ਦੀ ਕੀ ਲੋੜ ਆ? ਕਿਉਂਕਿ ਕਿਸਾਨੀ ਜਿਹੜੀ ਉਹਦੇ ਵੱਲੋਂ ਤਾਂ ਪਹਿਲਾਂ ਹੀ ਇਹ ਗੱਲ ਕਹੀ ਗਈ ਹੈ ਕਿ 25 ਤਰੀਕ ਨੂੰ ਪੰਜਾਬ ਬੰਦ ਦਾ ਅਸੀਂ ਸੱਦਾ ਦਿੱਤਾ ਹੋਇਆ। ਅੱਜ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਆ, ਉਹਨਾਂ ਨੇ 25 ਤਰੀਕ ਦੇ ਚੱਕਾ ਜਾਮ ਪ੍ਰੋਗਰਾਮ ਦੇ ਮੁਤਲਕ ਜਾਣਕਾਰੀ ਦਿੱਤੀ ਹੈ। ਪਹਿਲਾਂ ਇਹਦਾ ਸੰਖੇਪ ਦੇ ਵਿੱਚ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸੂਬੇ ਦੇ ਵਿੱਚ 25 ਸਤੰਬਰ ਨੂੰ ਚੱਕਾ ਜਾਮ ਕਰਨ ਸਮੇਤ ਸੰਘਰਸ਼ ਦਾ ਪ੍ਰੋਗਰਾਮ ਐਲਾਨਿਆ, ਜਿਸ ਤਹਿਤ 1 ਅਕਤੂਬਰ ਨੂੰ ਤਿੰਨੇ ਤਖਤਾਂ ਤੋਂ ਮੋਹਾਲੀ ਤੱਕ ਕਿਸਾਨ ਮਾਰਚ ਕੱਢਿਆ ਜਾਵੇਗਾ ਤੇ ਸੂਬੇ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਬਾਰੇ ਫੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਲੈ ਜਾਣ ਦੀ ਖਬਰ ਪ੍ਰਾਪਤ ਹੋਈ ਹੈ, ਜਿਸ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਸੀ। ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਪ੍ਰਧਾਨ 26 ਤੋਂ 29 ਸਤੰਬਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਕੇ ਪਾਰਟੀ ਕੇਡਰ ਨਾਲ ਗੱਲਬਾਤ ਕਰਨਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ 25 ਸਤੰਬਰ ਨੂੰ ਸੂਬੇ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇ। ਪਾਰਟੀ ਆਗੂ ਤੇ ਵਰਕਰ ਸਾਰੇ ਹਲਕਿਆਂ ਦੇ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆੜ੍ਹਤੀਆਂ ਨਾਲ ਮਿਲ ਕੇ ਚੱਕਾ ਜਾਮ ਕਰਨਗੇ। ਪਾਰਟੀ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ 3 ਘੰਟੇ ਦਾ ਇਹ ਪ੍ਰੋਗਰਾਮ ਕਰੇਗੀ, ਪਰ ਪਾਰਟੀ ਵਰਕਰਾਂ
ਨੂੰ ਹਦਾਇਤ ਹੈ ਕਿ ਐਮਰਜੈਂਸੀ ਸੇਵਾਵਾਂ ਦੇ ਲਈ ਰਾਹ ਦੇ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਪੈਣੀ ਚਾਹੀਦੀ। ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ 1 ਅਕਤੂਬਰ ਨੂੰ ਤਿੰਨੇ ਤਖਤਾਂ ਸ਼੍ਰੀ ਅਕਾਲ ਤਖਤ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਮਾਰਚ ਕੱਢਿਆ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲਗਾਤਾਰ ਇਸ ਗੱਲ ਦੀ ਮੰਗ ਉੱਠ ਰਹੀ ਹੈ, ਖਾਸ ਕਰਕੇ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਦੇ ਉੱਤੇ ਬੈਠੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਿਰਫ ਤੇ ਸਿਰਫ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੇ ਨਾਲ ਗੱਲ ਨਹੀਂ ਬਣਦੀ। ਉਹਨਾਂ ਨੇ ਵਜ਼ੀਰੀ ਵਾਲੀ ਕੁਰਸੀ ਛੱਡ ਦਿੱਤੀ ਹੈ, ਇਹਦੇ ਨਾਲ ਹੀ ਕਾਫੀ ਨਹੀਂ। ਆਪਾਂ ਨੂੰ ਇਹ ਚਾਹੀਦਾ ਕਿ ਇਸ ਵਕਤ ਆਪਾਂ ਸਾਂਝ ਵੀ ਤੋੜ ਦਈਏ ਭਾਜਪਾ ਦੇ ਨਾਲੋਂ। ਤੇ ਇਹ ਗੱਲ ਸੱਚੀ ਵੀ ਹੈ। ਆਉਂਦੇ ਸਮੇਂ ਦੇ ਵਿੱਚ ਇਸ ਗੱਲ ਦੇ ਬੜੇ ਦੂਰਰਸੀ ਨਤੀਜੇ ਨਿਕਲਣਗੇ, ਕਿਉਂਕਿ ਜੇਕਰ ਰਾਸ਼ਟਰਪਤੀ ਨੇ ਵੀ ਬਿੱਲ ਪਾਸ ਕਰਤੇ ਖੇਤੀ ਵਾਲੇ, ਉਸ ਤੋਂ ਬਾਅਦ ਭਾਜਪਾ ਦੇ ਪੈਰ ਤਾਂ ਪੰਜਾਬ ਦੇ ਵਿੱਚ ਲੱਗਦੇ ਨਹੀਂ, ਇਸ ਗੱਲ ਦੀ ਪੱਕੀ ਗਰੰਟੀ ਹੈ। ਕਿਉਂਕਿ ਕਿਸਾਨ ਭਾਈਚਾਰੇ ਨੂੰ ਤਾਂ ਇਸ ਵਕਤ ਵਿਉ ਵਰਗੀ ਲੱਗਦੀ ਭਾਜਪਾ। ਤੇ ਜੇਕਰ ਭਾਜਪਾ ਕਿਸੇ ਦੇ ਨਾਲ ਵੀ ਪੰਜਾਬ ਦੇ ਵਿੱਚ 2022 ਦੇ ਬੰਦੇ ਨਾਲ ਗੱਠਜੋੜ ਕਰੂਗੀ ਤਾਂ ਭਾਜਪਾ ਉਹਨੂੰ ਵੀ ਲੈ ਡੁੱਬੂਗੀ ਜਿਹਦੇ ਨਾਲ ਉਹਦਾ ਗੱਠਜੋੜ ਹੋਇਆ। ਇਸ ਕਰਕੇ ਮੰਨਿਆ ਇਹ ਜਾ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਰਸਮੀ ਤੌਰ ਦੇ ਉੱਤੇ ਤੋੜ ਵਿਛੋੜੇ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਹੁਣ ਤੱਕ ਕਈ ਨੇਤਾ ਜਿਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਵੀ ਹੈ, ਜਿਹਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਵੀ ਹੈ, ਕੁਝ ਕੁ ਹੋਰ ਨੇਤਾ ਇਹ ਗੱਲ ਕਹਿ ਚੁੱਕੇ ਆ ਕਿ ਸਾਨੂੰ ਹੁਣ ਵੱਡਾ ਫੈਸਲਾ ਲੈ ਕੇ ਤੇ ਇਹ ਸਾਬਤ ਕਰ ਦੇਣਾ ਚਾਹੀਦਾ ਕਿ ਸਾਡਾ ਤੁਹਾਡੇ ਬਿਨਾਂ ਸਰਦਾ। ਪਰ ਵਕਤ ਦੱਸੂਗਾ ਕਿ ਅਕਾਲੀ ਦਲ ਇਹ ਫੈਸਲਾ ਲੈਂਦਾ ਕਿ ਨਹੀਂ। ਪਰ ਅਕਾਲੀ ਦਲ ਦੇ ਵੱਲੋਂ ਖੁਦ ਨੂੰ ਇਸ ਲੋਕ ਘੋਲ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਨੇ ਵੱਢਿਆ ਹੋਇਆ, ਇਹਦੇ ਵਿੱਚ ਸਰਗਰਮੀ ਨਾਲ ਸ਼ਾਮਲ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਵਰਗਾ ਕਿਸਾਨ ਪੱਖੀ ਕੋਈ ਨਹੀਂ। ਅਸੀਂ ਹੀ ਕਿਸਾਨੀ ਦੀਆਂ ਮੁਸ਼ਕਲਾਂ ਜਾਣਦੇ ਹਾਂ, ਪਰ ਅਸੀਂ ਕਿਸੇ ਧਿਰ ਦੇ ਹੱਕ ਦੇ ਵਿੱਚ ਨਹੀਂ, ਅਸੀਂ ਕਿਸੇ ਧਿਰ ਦੇ ਖਿਲਾਫ ਨਹੀਂ। ਸਭ ਦੀ ਆਪੋ ਆਪਣੀ ਮਰਜ਼ੀ ਹੈ, ਪਰ ਪੰਜਾਬ ਦੀ ਕਿਸਾਨੀ ਨੇ ਆਉਂਦੇ ਸਮੇਂ ਦੇ ਵਿੱਚ ਖੁਦ ਇਸ ਗੱਲ ਦੀ ਪਰਖ ਕਰਨੀ ਹੈ ਕਿ ਉਹਨਾਂ ਦੀ ਸਾਰ ਕਿਹਨੇ ਲਈ ਹੈ ਤੇ ਕਿਹਨੇ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।